ਤੁਸੀਂ ਲੜਾਈਆਂ ਅਤੇ ਲੜਾਈਆਂ ਦੀਆਂ ਹਵਾਈਆਂ ਸੁਣੋਗੇ। ਤੁਸੀਂ ਲੜਾਈਆਂ ਔਰ ਲੜਾਈਆਂ ਦੀਆਂ ਹਵਾਈਆਂ ਸੁਣੋਗੇ। हाँ, ਖਬਰਦਾਰ ਕਿਤੇ ਘਬਰਾ ਨਾ ਜਾਣਾ। खबरदार किते घबरा ना जाना। हाँ, ਕਿਉਂ ਜੋ ਇਹ ਗੱਲਾਂ ਤਾਂ ਹੋਣੀਆਂ ਹੀ ਹਨ, क्यों जो ये गल्लां तां होणियां ही आ। हाँ, ਪਰ ਅਜੇ ਅੰਤ ਨਹੀਂ। पर अजे की नहीं आ, अंत नहीं आ। सो इस लॉकडाउन ਦੇ ਸਮੇਂ ਦੇ ਵਿੱਚ ਜਦ ਕਿ ਮਹਾਮਾਰੀ ਫੈਲੀ ਹੋਈ ਹੈ, ਬਹੁਤ ਸਾਰੇ ਸੇਵਕਾਂ ਦਾ, ਬਹੁਤ ਸਾਰੇ ਵਿਸ਼ਵਾਸੀਆਂ ਦਾ, ਬਹੁਤ ਸਾਰੇ ਸਾਇੰਸਦਾਨਾਂ ਦਾ ਇਹ ਵਿਚਾਰ ਆ ਕਿ ਸ਼ਾਇਦ ਧਰਤੀ ਕੀ ਹੋ ਰਹੀ ਆ, ਨਾਸ਼ ਹੋ ਰਹੀ ਹੈ। ਪਰ ਅੱਜ ਤੋਂ 2000 ਸਾਲ ਸਮੇਂ ਤੋਂ ਵੀ ਪਹਿਲਾਂ ਦਾ ਜੋ ਇਹ ਵਚਨ ਆ, ਤੋਂ ਨਵੇਂ ਨੇਮ ਨੂੰ ਵੀ ਲਗਭਗ 2000 ਵਰਸ਼ ਤੋਂ ਇਹ ਵਚਨ ਜਿਹੜਾ ਆ ਉਹ ਸਾਨੂੰ ਦੱਸਦਾ ਆ ਕਿ ਅਜੇ ਧਰਤੀ ਨਾਸ਼ ਨਹੀਂ ਹੋਵੇਗੀ। ਇਹ ਸਭ ਕੁਝ ਪੀੜਾਂ ਦਾ ਕੀ ਹੈ? ਆਰੰਭ ਹੈ। ਦ ਬਿਗਨਿੰਗ ਆਫ ਸੋਰੋ। ਇਹ ਪੀੜਾਂ ਦਾ ਕੀ ਹੈ? ਆਰੰਭ ਹੈ। ਧਰਤੀ ਨਾਸ਼ ਨਹੀਂ ਹੋਵੇਗੀ, ਪਰ ਜਗ੍ਹਾ ਜਗ੍ਹਾ ਅਕਾਲ ਪੈਣਗੇ। ਔਰ ਜਗ੍ਹਾ ਜਗ੍ਹਾ ਸੱਤ ਵਚਨ ਵੀ ਪੜ੍ਹਦੇ, ਕੌਮ ਕੌਮ ਉੱਤੇ ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਔਰ ਉੱਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜਾਈ ਕਰੇਗੀ ਕਰੇਗੀ। ਅਤੇ ਥਾਂ ਥਾਂ ਕਾਲ ਪੈਣਗੇ ਜਗ੍ਹਾ ਜਗ੍ਹਾ ਤੇ ਅਕਾਲ ਪੈਣਗੇ ਅਤੇ ਭੁਚਾਲ ਆਉਣਗੇ। ਔਰ ਭੁਚਾਲ ਆਉਣਗੇ। ਪਰ ਇਹ ਸਭ ਕੁਝ ਪੀੜਾਂ ਦਾ ਆਰੰਭ ਔਰ ਹੈ। ਅੰਗਰੇਜ਼ੀ ਦੀ ਬਾਈਬਲ ਦੇ ਵਿੱਚ ਜੇ ਅਸੀਂ ਪੜ੍ਹੀਏ ਪਰਮੇਸ਼ਰ ਦੇ ਵਚਨ ਦੇ ਵਿੱਚ, ਔਰ ਉਧਰ ਲਿਖਿਆ ਜਗ੍ਹਾ ਜਗ੍ਹਾ ਮਹਾਮਾਰੀ ਫੈਲੇਗੀ। ਔਰ ਮਹਾਮਾਰੀ ਪੂਰੀ ਦੁਨੀਆ ਵਿੱਚ ਫੈਲ ਚੁੱਕੀ ਹੈ। ਪਰ ਵਚਨ ਦੇ ਵਿੱਚ ਲਿਖਿਆ ਕਿਤੇ ਘਬਰਾ ਨਾ ਜਾਣਾ। ਬੇਸ਼ੱਕ ਅਸੀਂ ਘਰਾਂ ਦੇ ਵਿੱਚ ਬੈਠੇ ਆ, ਅਸੀਂ ਆਪਣੇ ਪਰਿਵਾਰਾਂ ਦੇ ਬਾਰੇ ਸੋਚੀ ਜਾਂਦੇ ਹਾਂ, ਪਰ ਇੱਕ ਐਸਾ ਹੈ ਜਿਹਨੂੰ ਪੂਰੀ ਦੁਨੀਆ ਦੀ ਕੀ ਹੈ? ਚਿੰਤਾ। ਜਿਹਨੂੰ ਜਾਨਵਰਾਂ ਦੀ, ਪਕਸ਼ੀਆਂ ਦੀ ਵੀ ਕੀ ਹੈ? ਚਿੰਤਾ। ਇਸ ਲਈ ਵਚਨ ਦੇ ਵਿੱਚ ਲਿਖਿਆ ਘਬਰਾ ਨਾ ਜਾਣਾ। ਔਰ ਕਿਉਂਕਿ ਅਜੇ ਧਰਤੀ ਦਾ ਕੀ ਨਹੀਂ ਹੈ? ਅੰਤ ਨਹੀਂ ਹੈ। ਹਾਂ, ਉਸ ਦਾ 12 ਵਚਨ ਅਤੇ ਕੁਧਰਮ ਦੇ ਵਧਨ ਕਰਕੇ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਔਰ ਜਾਵੇਗੀ। ਕੁਧਰਮ ਦੇ ਵਧਨ ਦੇ ਕਾਰਨ ਬਹੁਤਿਆਂ ਦੀ ਪ੍ਰੀਤ ਕੀ ਹੋ ਜਾਏਗੀ? ਠੰਡੀ ਹੋ ਜਾਏਗੀ। ਤਾਂ ਅੱਜ ਲੋਕਡਾਊਨ ਦੇ ਵਿੱਚ ਘਰੇ ਬੈਠੇ ਸਮੇਂ ਜਦ ਵਿਸ਼ਵਾਸੀ ਲੋਕਾਂ ਨੂੰ ਸੰਗਤੀ ਨਹੀਂ ਮਿਲ ਰਹੀ ਔਰ ਵਚਨ ਨਹੀਂ ਮਿਲ ਰਿਹਾ, ਇਸ ਸਮੇਂ ਦੇ ਵਿੱਚ ਬਹੁਤ ਸਾਰੇ ਐਸੇ ਵਿਸ਼ਵਾਸੀ ਜਿਨ੍ਹਾਂ ਦੀ ਪ੍ਰੀਤ ਕੀ ਹੋ ਜਾਏਗੀ? ਠੰਡੀ ਹੋ ਜਾਏਗੀ। ਕਿਉਂਕਿ ਪਰਮੇਸ਼ਰ ਦਾ ਵਚਨ ਮਿਲ ਨਹੀਂ ਰਿਹਾ ਔਰ ਕੋਈ ਉਹਨਾਂ ਨੂੰ ਆਰਾਧਨਾ ਕਰਦੇ, ਕੋਈ ਉਹਨਾਂ ਨੂੰ ਪ੍ਰਾਰਥਨਾ ਕਰਦੇ, ਔਰ ਕੋਈ ਤੁਹਾਨੂੰ ਪਰਮੇਸ਼ਰ ਦਾ ਵਚਨ ਪੜ੍ਹਦੇ, ਉਪਵਾਸ ਰੱਖਦੇ, ਕੋਈ ਸੇਵਕ ਤੁਹਾਨੂੰ ਵੇਖ ਨਹੀਂ ਰਿਹਾ। ਬੇਸ਼ੱਕ ਕੋਈ ਸੇਵਕ ਤੁਹਾਨੂੰ ਵੇਖ ਨਹੀਂ ਰਿਹਾ, ਪਰ ਇੱਕ ਹੈ ਜੋ ਤੁਹਾਨੂੰ ਵੇਖ ਰਿਹਾ ਆ। ਇਸ ਲਈ ਕੁਧਰਮ ਦੇ ਵਧਨ ਦੇ ਕਾਰਨ ਬਹੁਤਿਆਂ ਦੀ ਪ੍ਰੀਤ ਅੱਜ ਕੀ ਪੈ ਚੁੱਕੀ ਹੈ? ਠੰਡੀ ਪੈ ਚੁੱਕੀ ਹੈ। ਕਿਉਂਕਿ ਕੁਝ ਪਰਮੇਸ਼ਰ ਦਾ ਡਰ ਆ। ਔਰ ਜਦੋਂ ਸੰਗਤੀ ਮਿਲਦੇ ਸਮੇਂ ਪਰਮੇਸ਼ਰ ਦੇ ਦਾਸਾਂ ਦਾ ਵੀ ਕੀ ਰਹਿੰਦਾ? ਡਰ ਰਹਿੰਦਾ। ਪਰ ਹੁਣ ਡਰ ਰਹਿਣ ਵਾਲੀ ਕੋਈ ਗੱਲ ਨਹੀਂ ਹੈ। ਇੱਕ ਪਰਮੇਸ਼ਰ ਦਾ ਡਰ ਹੈ। ਇਸ ਲਈ ਬਹੁਤਿਆਂ ਦੀ ਪ੍ਰੀਤ ਕੀ ਪੈ ਜਾਏਗੀ? ਠੰਡੀ ਪੈ ਜਾਏਗੀ। ਘਰ ਵਿੱਚ ਕੋਈ ਕੰਮ ਨਾ ਹੋਣ ਦੇ ਕਾਰਨ ਫੇਰ ਵੀ ਪਰਮੇਸ਼ਰ ਦੇ ਵਚਨ ਤੋਂ ਕੀ ਆ? ਦੂਰ ਆ। ਵਿਸ਼ਵਾਸੀ ਫੇਰ ਵੀ ਉਪਵਾਸ ਤੋਂ ਦੂਰ ਆ, ਫੇਰ ਵੀ ਪ੍ਰਾਰਥਨਾ ਤੋਂ ਦੂਰ ਆ, ਔਰ ਫੇਰ ਵੀ ਪਰਮੇਸ਼ਰ ਦੇ ਵਚਨ ਦੀ ਖੋਜ ਤੋਂ ਦੂਰ ਆ। ਇਸ ਲਈ ਬਹੁਤਿਆਂ ਦੀ ਪ੍ਰੀਤ ਕੀ ਪੈ ਜਾਏਗੀ? ਠੰਡੀ ਪੈ ਜਾਏਗੀ। ਹਾਂ, ਔਰ ਉਸ ਦੇ ਨਾਲ ਉਸ ਦਾ 28 ਵਚਨ, ਉਸ ਦਾ 28 ਵਚਨ। ਹਾਂ, ਜਿੱਥੇ ਮੁਰਦਾਰ ਹੈ ਜਿੱਥੇ ਮੁਰਦਾਰ ਆ ਉੱਥੇ ਗਿਰਜਾਂ ਇਕੱਠੀਆਂ ਉੱਥੇ ਹੋਣਗੀਆਂ। ਗਿਰਜਾਂ ਇਕੱਠੀਆਂ ਹੋਣਗੀਆਂ। ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਆ ਜਿੱਥੇ ਮੁਰਦਾਰ ਆ ਉੱਥੇ ਕੀ ਹੋਣਗੀਆਂ? ਗਿਰਜਾਂ ਇਕੱਠੀਆਂ ਹੋਣਗੀਆਂ। ਅੱਜ ਪੂਰੀ ਦੁਨੀਆ ਦੇ ਵਿੱਚ ਮੁਰਦਾਰ ਆ। ਐਸੇ ਦੇਸ਼ ਆ ਜਿੱਥੇ ਪਹਿਲਾਂ ਤੋਂ ਐਡਵਾਂਸ ਹੀ ਅੱਜ ਕਬਰਾਂ ਪੱਟਣੀਆਂ ਕੀ ਕਰ ਦਿੱਤੀਆਂ? ਸ਼ੁਰੂ ਕਰ ਦਿੱਤੀਆਂ ਆ। ਲੋਕਾਂ ਨੂੰ ਦਫਨਾਉਣ ਦੇ ਲਈ, ਦੇਸ਼ਾਂ ਨੂੰ ਆਪਣੇ ਮੁਰਦੇ ਦਫਨਾਉਣ ਦੇ ਲਈ ਕਬਰਾਂ ਵੀ ਕੀ ਪੈ ਰਹੀਆਂ? ਥੋੜੀਆਂ ਪੈ ਰਹੀਆਂ। ਇਸ ਲਈ ਤਾਬੂਤ ਦੇ ਸਮੇਤ ਹੀ ਉਹਨਾਂ ਨੂੰ ਜਲਾਇਆ ਜਾ ਰਿਹਾ।
ਕਿਸੇ ਵੀ ਧਰਮ ਦਾ ਹੋਵੇ, ਗਵਰਨਮੈਂਟ ਕੀ ਕਰ ਰਹੀ ਹੈ? ਸਾੜੀ ਜਾ ਰਹੀ ਹੈ, ਜਲਾਈ ਜਾ ਰਹੀ ਹੈ। ਬਾਹਰੀ ਦੇਸ਼ਾਂ ਦੇ ਵਿੱਚ ਜੋ ਮੁਰਦੇ ਦੱਬਦੇ ਸੀ, ਅੱਜ ਉਹ ਵੀ ਕੀ ਕਰੀ ਜਾ ਰਹੇ ਆ? ਫੂਕੀ ਜਾ ਰਹੇ ਆ। ਇੰਨੇ ਹਾਲਾਤ ਮਾੜੇ ਆ, ਸੜਕਾਂ ਦੇ ਉੱਪਰ ਲਾਸ਼ਾਂ ਪਈਆਂ ਹੋਈਆਂ ਹੈ ਔਰ ਉਹਨਾਂ ਨੂੰ ਕੋਈ ਹੱਥ ਨਹੀਂ ਲਾ ਰਿਹਾ। ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਆ, ਜਿੱਥੇ ਮੁਰਦਾਰ ਹੈ ਉੱਥੇ ਕੀ ਹੋਣਗੀਆਂ? ਗਿਲਜਾਂ। ਬਹੁਤ ਐਸੀਆਂ ਲਾਸ਼ਾਂ ਆ ਜਿਨ੍ਹਾਂ ਨੂੰ ਕਿੰਨਾ ਕਿੰਨਾ ਚਿਰ ਸੜਕ ਦੇ ਕੰਢੇ ਪਿਆ ਹੋ ਗਿਆ, ਪਰ ਉਹਨਾਂ ਨੂੰ ਕੋਈ ਪੀ ਨਹੀਂ ਲਾ ਰਿਹਾ, ਹੱਥ ਨਹੀਂ ਲਾ ਰਿਹਾ। ਆਪਣੇ ਸਕੇ ਮਾਂ ਪਿਓ ਭੈਣ ਭਰਾ ਵੀ ਮੁਰਦੇ ਤੋਂ, ਜਿਹੜਾ ਕਰੋਨਾ ਵਾਇਰਸ ਦੇ ਨਾਲ ਮਰ ਗਿਆ, ਉਸ ਤੋਂ ਕੀ ਭੱਜ ਰਹੇ ਆ? ਦੂਰ ਭੱਜ ਰਹੇ ਆ। ਚਾਹੇ ਕਿੰਨਾ ਵੀ ਅਜ਼ੀਜ਼ ਹੈ, ਕਿਸੇ ਦਾ ਬੇਟਾ ਮਰ ਗਿਆ, ਕਿਸੇ ਦਾ ਬਾਪ ਮਰ ਗਿਆ, ਕਿਸੇ ਦੀ ਭੈਣ ਮਰ ਗਈ, ਕਿਸੇ ਦੀ ਧੀ ਮਰ ਗਈ, ਅਗਰ ਕਰੋਨਾ ਵਾਇਰਸ ਨਾਲ ਉਸਦੀ ਡੈਥ ਹੋ ਗਈ, ਕੋਈ ਵੀ ਪਰਿਵਾਰ ਦਾ ਮੈਂਬਰ ਕੀ ਨਹੀਂ ਜਾ ਰਿਹਾ? ਨੇੜੇ ਨਹੀਂ ਜਾ ਰਿਹਾ। ਹਾਲਾਤ ਇੰਨੇ ਮਾੜੇ ਹੋ ਚੁੱਕੇ ਆ। ਇਸ ਲਈ ਸਾਨੂੰ ਪਰਮੇਸ਼ਰ ਤੋਂ ਡਰਨਾ ਚਾਹੀਦਾ ਹੈ। ਇੱਕ ਹੋਰ ਵਚਨ ਪੜਾਂਗੇ, ਹਿਜਕੀਅਲ ਉਸਦਾ 11 ਅਧਿਆਇ ਦਾ 19 ਵਚਨ। ਫਿਰ ਵੀ ਵਿਸ਼ਵਾਸੀ ਇੰਨਾ ਕੁਝ ਵੇਖਣ ਦੇ ਬਾਵਜੂਦ ਵੀ ਸਾਡਾ ਮਨ ਅਜੇ ਤੱਕ ਕੀ ਹੋਇਆ ਪਿਆ ਹੈ? ਹਿਜਕੀਅਲ ਉਸਦਾ 11 ਅਧਿਆਇ ਦਾ 19 ਵਚਨ। ਸਾਡਾ ਮਨ ਫੇਰ ਵੀ ਪੱਥਰ ਹੋਇਆ ਪਿਆ ਹੈ। ਹਾਂ, ਅਤੇ ਉਹ ਉੱਥੇ ਆਉਣਗੇ। ਹਾਂ, ਅਤੇ ਉਸ ਦੀਆਂ ਸਾਰੀਆਂ ਘਿਨਾਉਣੀਆਂ ਹਾਂ। ਅਤੇ ਭੈੜੀਆਂ ਚੀਜ਼ਾਂ ਉਸ ਵਿੱਚੋਂ ਕੱਢ ਦੇ। ਹਿਜਕੀਅਲ 11 ਲੱਗ। ਹਾਂ। ਅਤੇ ਮੈਂ ਉਹਨਾਂ ਨੂੰ ਇੱਕ ਦਿਲ ਦਿਆਂਗਾ। ਅਤੇ ਮੈਂ, ਪਰਮੇਸ਼ਰ ਕਹਿੰਦਾ, ਜਿਹੜਾ ਤੁਹਾਡਾ ਦਿਲ ਅਜੇ ਵੀ ਪੱਥਰ ਦਾ ਹੋਇਆ ਪਿਆ ਆ, ਇੰਨਾ ਕੁਛ ਵੇਖਣ ਦੇ ਬਾਵਜੂਦ ਅਜੇ ਵੀ ਤੁਹਾਡਾ ਮਨ ਕੀ ਹੋਇਆ ਪਿਆ ਆ? ਪੱਥਰ ਦਾ ਹੋਇਆ ਪਿਆ ਆ। ਤਾਂ ਪਰਮੇਸ਼ਰ ਦਾ ਵਚਨ ਆ, ਪਰਮੇਸ਼ਰ ਕਹਿ ਰਿਹਾ ਆ, ਹਾਂ, ਅਤੇ ਮੈਂ ਉਹਨਾਂ ਨੂੰ ਇੱਕ ਦਿਲ ਦਿਆਂਗਾ। ਅਤੇ ਮੈਂ ਉਹਨਾਂ ਨੂੰ ਇੱਕ ਦਿਲ ਦਿਆਂਗਾ। ਅਤੇ ਨਵਾਂ ਆਤਮਾ ਤੁਹਾਡੇ ਅਤੇ ਅੰਦਰ ਨਵਾਂ ਆਤਮਾ ਤੁਹਾਡੇ ਅੰਦਰ ਪਾਵਾਂਗਾ। ਅਤੇ ਪੱਥਰ ਦਿਲ ਉਹਨਾਂ ਦੇ ਅਤੇ ਸਰੀਰ- ਪੱਥਰ ਦਾ ਜਿਹੜਾ ਦਿਲ ਆ, ਉਹਨਾਂ ਦੇ ਸਰੀਰ ਵਿੱਚੋਂ ਕੱਢ ਉਹਨਾਂ ਦੇ ਦਿਆਂਗਾ। ਸਰੀਰ ਵਿੱਚੋਂ ਕੱਢ ਦਿਆਂਗਾ। ਅਤੇ ਉਹਨਾਂ ਨੂੰ ਇੱਕ ਮਾਸ ਦਾ ਦਿਲ ਉਹਨਾਂ ਨੂੰ ਇੱਕ ਮਾਸ ਦਾ ਦਿਲ ਫਿਰ ਤੋਂ ਦੇਵਾਂਗਾ, ਤਾਂ ਜੋ ਉਹ ਮੇਰੀਆਂ ਵਿਧੀਆਂ ਉੱਤੇ ਤੁਰਨ ਤਾਂ ਜੋ ਉਹ ਮੇਰੀਆਂ ਵਿਧੀਆਂ ਦੇ ਉੱਤੇ ਤੁਰਨ ਅੱਜ ਅਤੇ ਮੇਰੇ ਕਾਨੂੰਨ ਪਾਲਣਾ ਕਰਨ। ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰਨ। ਅਗਰ ਜਦ ਤੱਕ ਅਤੇ ਉਹਨਾਂ ਤੇ ਅਮਲ ਵੀ ਕਰਨ, ਜਦ ਤੱਕ ਪੱਥਰ ਦਾ ਦਿਲ ਰਹੇਗਾ, ਤਦ ਤੱਕ ਪਰਮੇਸ਼ਰ ਦਾ ਵਚਨ ਮੰਨਣ ਦਾ ਕੀ ਨਹੀਂ ਆਏਗਾ? ਮਨ ਨਹੀਂ ਆਏਗਾ। ਪਰਮੇਸ਼ਰ ਦੇ ਹੁਕਮ, ਉਸ ਦੀਆਂ ਵਿਧੀਆਂ ਤੇ ਅਮਲ ਕਰਨ ਦਾ ਮਨ ਨਹੀਂ ਆਏਗਾ। ਇਸ ਲਈ ਸਾਡਾ ਦਿਲ ਪੱਥਰ ਹੋ ਚੁੱਕਾ ਆ। ਸਭ ਵਿਸ਼ਵਾਸੀ ਜਨ ਧਿਆਨ ਨਾਲ ਸੁਣ ਲੈਣ। ਇਸ ਲਾਕਡਾਊਨ ਦੇ ਵਿੱਚ ਬੇਸ਼ੱਕ ਤੁਹਾਨੂੰ ਸੰਗਤੀ ਨਹੀਂ ਮਿਲ ਰਹੀ, ਆਪ ਨੂੰ ਘਰ ਬੈਠ ਕੇ ਪਰਮੇਸ਼ਰ ਦੇ ਨਾਲ ਸੰਬੰਧ ਹੋਰ ਜ਼ਿਆਦਾ ਨਜ਼ਦੀਕੀ ਵਿੱਚ ਜਾਣ ਦਾ, ਹੋਰ ਨਜ਼ਦੀਕੀ ਗੂੜਾ ਸੰਬੰਧ ਬਣਾਉਣ ਦਾ ਮੌਕਾ ਆ। ਅਗਰ ਫੇਰ ਵੀ ਇਸ ਸਮੇਂ ਦਾ ਲਾਭ ਨਹੀਂ ਲੈ ਰਹੇ ਤਾਂ ਤੁਹਾਡਾ ਮਨ ਪੱਥਰ ਹੋ ਚੁੱਕਾ ਆ। ਔਰ ਪ੍ਰਭੂ ਦਾ ਵਚਨ ਕਹਿੰਦਾ ਆ, ਮੈਂ ਪੱਥਰ ਦਾ ਮਨ ਕੀ ਕਰ ਦਿਆਂਗਾ? ਕੱਢ ਸੁੱਟਾਂਗਾ। ਆਪ ਪ੍ਰਾਰਥਨਾ ਵਿੱਚ ਬੈਠੀਏ, ਆਪ ਪਰਮੇਸ਼ਰ ਦੇ ਨਾਲ ਆਪਦਾ ਸੰਬੰਧ ਬਣਾਈਏ। ਪਰਮੇਸ਼ਰ ਕਹਿੰਦਾ, ਮੈਂ ਪੱਥਰ ਦਾ ਮਨ ਕੱਢ ਦਿਆਂਗਾ ਔਰ ਕਿਹੜਾ ਮਨ ਪਾਵਾਂਗਾ? ਮਾਸ ਦਾ ਦਿਲ ਪਾਵਾਂਗਾ। ਮਾਸ ਦਾ ਦਿਲ, ਤਾਂ ਕਿ ਤੁਸੀਂ ਮੇਰੇ ਹੁਕਮਾਂ ਨੂੰ, ਮੇਰੀਆਂ ਵਿਧੀਆਂ ਨੂੰ ਮੰਨੋ ਤੇ ਉਸ ਦੀ ਪਾਲਣਾ ਕਰੋ, ਉਸ ਤੇ ਅਮਲ ਕਰੋ। ਇੱਕ ਹੋਰ ਪ੍ਰਭੂ ਦਾ ਵਚਨ ਦੇ ਵਿੱਚ ਪੜਾਂਗੇ, ਹਿਜਕੀਅਲ ਉਸ ਦਾ 18 ਦੇ 17 ਵਚਨ। ਹਿਜਕੀਅਲ ਉਸ ਦਾ 8 ਅਧਿਆਇ 17 ਵਚਨ। 8 ਦਾ 17। ਹਿਜਕੀਅਲ ਉਸ ਦਾ 8 ਅਧਿਆਇ ਉਸ ਦਾ 17 ਵਚਨ। ਤਦ ਉਸ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤਰ। ਉਸ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤਰ, ਕੀ ਤੂੰ ਇਹ ਵੇਖਿਆ ਹੈ? ਹਾਂ, ਯਹੂਦਾ ਦੇ ਘਰਾਣੇ ਦੇ ਅੱਗੇ ਹਾਂ। ਇਹ ਨਿੱਕੀ ਜਿਹੀ ਗੱਲ ਹੈ ਹਾਂ, ਕਿ ਉਹ ਅਜਿਹੇ ਘਿਨਾਉਣੇ ਕੰਮ ਕਰਨ ਜਿਹੜੇ ਇੱਥੇ ਕਰਦੇ ਹਨ। ਹਾਂ, ਉਹ ਇਹੋ ਜਿਹੇ ਘਿਨਾਉਣੇ ਕੰਮ ਕਰਦੇ ਜਿਹੜੇ ਇੱਥੇ ਕਰਦੇ ਹਨ। ਕਿਉਂ ਜੋ ਉਹਨਾਂ ਨੇ ਤਾਂ ਦੇਸ਼ ਨੂੰ ਜ਼ੁਲਮ ਨਾਲ ਭਰ ਦਿੱਤਾ। ਉਹਨਾਂ ਨੇ ਦੇਸ਼ ਨੂੰ
ਜ਼ੁਲਮ ਦੇ ਨਾਲ ਕੀ ਕਰ ਦਿੱਤਾ ਆ? ਭਰ ਦਿੱਤਾ ਆ। ਹਾਂ, ਅਤੇ ਫਿਰ ਮੈਨੂੰ ਕ੍ਰੋਧ ਦਵਾਇਆ ਅਤੇ ਫਿਰ ਮੈਨੂੰ ਕ੍ਰੋਧ ਦਵਾਇਆ ਆ। ਅਤੇ ਵੇਖ ਅਗਰ ਅਸੀਂ ਇਹਨਾਂ ਵਚਨ ਸਮਝ ਕੇ, ਇਹਨਾਂ ਵਚਨ ਸਿੱਖ ਕੇ ਫੇਰ ਵੀ ਅਸੀਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਆਪਣਾ ਜੀਵਨ ਨਹੀਂ ਬਣਾਇਆ ਤਾਂ ਪਰਮੇਸ਼ਰ ਕਹਿੰਦਾ ਤੁਸੀਂ ਮੈਨੂੰ ਕੀ ਦਿਵਾਉਂਦੇ ਹੋ? ਉਹਨਾਂ ਨੇ ਮੈਨੂੰ ਕ੍ਰੋਧ ਦਿਲਾਇਆ। ਉਹਨਾਂ ਨੇ ਮੈਨੂੰ ਕੀ ਦਿਵਾਇਆ? ਕ੍ਰੋਧ ਦਿਵਾਇਆ। ਇਸ ਲਈ ਮੈਂ ਪੱਥਰ ਦਾ ਮਨ ਕੀ ਕਰ ਦਿਆਂਗਾ? ਕੱਢ ਦਿਆਂਗਾ ਔਰ ਮਾਸ ਦਾ ਦਿਲ ਪਾਵਾਂਗਾ। ਕਿਹੜਾ ਦਿਲ ਪਾਵਾਂਗਾ? ਮਾਸ ਦਾ। ਉਸ ਦੇ ਲਈ ਪੜ੍ਹੀ ਆ ਪ੍ਰਭੂ ਦੇ ਵਚਨ ਦੇ ਵਿੱਚ ਹਿਜ਼ਕੀਏਲ 36 ਦੇ ਆਏ ਉਸ ਦਾ 26 ਵਚਨ। ਕਿਹੜਾ ਮਨ ਪ੍ਰਭੂ ਪਾਉਣ ਜਾ ਰਿਹਾ? ਹਿਜ਼ਕੀਏਲ ਉਸ ਦਾ 36 ਅਧਿਆਇ ਉਸ ਦਾ 26 ਵਚਨ। ਕਿਹੜਾ ਮਨ ਪ੍ਰਭੂ ਪਾਏਗਾ? ਹਾਂ, ਹਿਜ਼ਕੀਏਲ 36 ਅਧਿਆਇ ਅਤੇ ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ। ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ। ਕਿਹੜਾ? ਉਧਰ ਹਿਜ਼ਕੀਏਲ ਦੇ ਵਿੱਚ ਆਪਾਂ 11 ਦੀ 19 ਵਿੱਚ ਪੜਿਆ, ਪ੍ਰਭੂ ਕਹਿੰਦਾ ਮੈਂ ਤੁਹਾਨੂੰ ਤੁਹਾਡੇ ਅੰਦਰੋਂ ਪੱਥਰ ਦਾ ਦਿਲ ਕੱਢ ਦਿਆਂਗਾ ਤੇ ਕਿਹੜਾ ਦਿਲ? ਮਾਸ ਦਾ ਦਿਲ ਤੁਹਾਨੂੰ ਦਿਆਂਗਾ। ਦੁਨੀਆ ਦੇ ਵਿੱਚ ਜਦੋਂ ਵੀ ਆਪਰੇਸ਼ਨ ਹੁੰਦਾ ਆ, ਕਿਸੇ ਨੇ ਦਿਲ ਦਾ ਆਪਰੇਸ਼ਨ ਕਰਾਉਣਾ ਆ ਤਾਂ ਸਭ ਤੋਂ ਪਹਿਲਾਂ ਹਸਪਤਾਲ ਦੇ ਵਿੱਚ ਜਾ ਕੇ ਜਿਹੜੇ ਡਾਕਟਰ ਆ ਉਹ ਇੱਕ ਫਾਰਮ ਦੇ ਉੱਪਰ ਕੀ ਕਰਦੇ ਆ? ਸਿਗਨੇਚਰ ਕਰਾਉਂਦੇ ਆ, ਸਾਈਨ ਕਰਵਾ ਲੈਂਦੇ ਆ। ਔਰ ਸਾਈਨ ਕਰਵਾਉਣ ਦਾ ਮਤਲਬ ਕੀ ਹੈ? ਮਰੀਜ਼ ਦੇ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਸਾਈਨ ਕਿਉਂ ਲੈਂਦੇ ਆ? ਇਸ ਦਾ ਮਤਲਬ ਹੈ ਕਿ ਮੈਂ ਆਪਣੇ ਸਰੀਰ ਨੂੰ ਚੀਰਨ ਦਾ, ਇਸ ਦੇ ਵਿੱਚ ਅਦਲਾ ਬਦਲੀ ਕਰਨ ਦਾ ਕੀ ਦੇਣਾ? ਸਹਿਮਤੀ ਦੇਣਾ। ਮੈਂ ਆਪਦੀ ਸਹਿਮਤੀ ਦੇ ਨਾਲ ਆਪਦਾ ਕੀ ਕਰਾ ਰਿਹਾ? ਆਪਰੇਸ਼ਨ ਕਰਾ ਰਿਹਾ। ਜਦ ਤੱਕ ਸਾਈਨ ਨਹੀਂ ਕਰੇਗਾ ਤਦ ਤੱਕ ਡਾਕਟਰ ਕੀ ਨਹੀਂ ਕਰਨਗੇ? ਆਪਰੇਸ਼ਨ ਨਹੀਂ ਕਰਨਗੇ। ਇਸ ਲਈ ਇਧਰ ਪਰਮੇਸ਼ਰ ਵੀ ਕੀ ਕਰਨ ਜਾ ਰਿਹਾ ਹੈ? ਤੁਹਾਡਾ ਆਪਰੇਸ਼ਨ ਕਰਨ ਜਾ ਰਿਹਾ। ਕੀ ਕਰਨ ਜਾ ਰਿਹਾ? ਆਪਰੇਸ਼ਨ ਕਰਨ ਜਾ ਰਿਹਾ। ਇਸ ਲਈ ਅਸੀਂ ਸਹਿਮਤੀ ਦੇਣੀ ਆ। ਹੇ ਪਰਮੇਸ਼ਰ, ਘੁਟਨੇ ਟੇਕ ਕੇ, ਹੇ ਪਰਮੇਸ਼ਰ ਮੇਰੇ ਅੰਦਰੋਂ ਪੱਥਰ ਦਾ ਦਿਲ ਕੀ ਕਰਦੇ? ਕੱਢ ਸੁੱਟ। ਜਿਸ ਤਰ੍ਹਾਂ ਡਾਕਟਰਾਂ ਨੂੰ ਹਸਪਤਾਲਾਂ ਦੇ ਵਿੱਚ ਇੱਕ ਮਰੀਜ਼ ਦਾ ਉਸਦੇ ਰਿਸ਼ਤੇਦਾਰ ਜਿਹੜੇ ਆ ਉਹ ਇੱਕ ਕਾਗਜ਼ ਤੇ ਸਿਗਨੇਚਰ ਕਰਦੇ ਆ, ਉਸ ਦਾ ਮਤਲਬ ਹੈ ਕਿ ਮੇਰੇ ਸਰੀਰ ਦੇ ਅੰਦਰ ਜੋ ਵੀ ਆਪਰੇਸ਼ਨ ਹੋਣਾ ਮੈਂ ਕੀ ਦੇਣਾ? ਸਹਿਮਤੀ ਦੇਣਾ। ਤਾਂ ਇਸ ਲਈ ਅਸੀਂ ਵੀ ਕੀ ਦੇਣੀ ਆ? ਸਹਿਮਤੀ ਦੇਣੀ ਆ। ਹੇ ਪਰਮੇਸ਼ਰ ਮੇਰੇ ਅੰਦਰੋਂ ਪੱਥਰ ਦਾ ਦਿਲ ਕੀ ਕਰਦੇ? ਕੱਢ ਦੇ। ਔਰ ਪ੍ਰਭੂ ਮੇਰੇ ਅੰਦਰ ਕੀ ਪਾ? ਮਾਸ ਦਾ ਦਿਲ ਪਾ। ਔਰ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਆ ਕਿ ਅਧਰਮ ਦੇ ਵਧਣ ਦੇ ਕਾਰਨ ਬਹੁਤਿਆਂ ਦੀ ਪ੍ਰੀਤ ਕੀ ਹੋ ਜਾਏਗੀ? ਠੰਡੀ। ਅੱਜ ਇਸ ਲੋਕਡਾਊਨ ਦੇ ਵਿੱਚ ਕਲੀਸਿਆ ਉੱਪਰ ਜਾਣ ਦੀ ਬਜਾਏ, ਆਤਮਾ ਵਿੱਚ ਵਧਣ ਦੀ ਬਜਾਏ ਦਿਨ ਪ੍ਰਤੀ ਦਿਨ ਕੀ ਜਾ ਰਹੀ ਹੈ? ਥੱਲੇ ਜਾ ਰਹੀ ਹੈ। ਵਚਨ ਮਿਲ ਨਹੀਂ ਰਿਹਾ। ਆਪ ਮਿਹਨਤ ਕਰ ਨਹੀਂ ਰਹੇ। ਆਪ ਪ੍ਰਾਰਥਨਾ ਵਿੱਚ ਲੱਗੇ ਨਹੀਂ ਰਹਿੰਦੇ। ਆਪ ਵਚਨ ਵਿੱਚ ਲੱਗੇ ਨਹੀਂ ਰਹਿੰਦੇ। ਆਪ ਤੁਰਦੇ ਫਿਰਦੇ ਵਚਨ ਨੂੰ ਮਨਨ ਕਰਦੇ ਰਹੋ। ਆਪ ਪ੍ਰਾਰਥਨਾ ਕਰਦੇ ਰਹੋ। ਜ਼ਰੂਰੀ ਇਹ ਨਹੀਂ ਹੈ ਕਿ ਸਾਰਾ ਦਿਨ ਆਪ ਪ੍ਰਾਰਥਨਾ, ਇਹ ਸੰਭਵ ਨਹੀਂ ਹੈ। ਜਿੰਨਾ ਚਿਰ ਹੋ ਸਕੇ ਉਨਾ ਚਿਰ ਕੀ ਕਰ ਸਕਦੇ हैं? अगर आप काम धंधे जाने तो आप सुबह शाम प्रार्थना कर सकते हैं। अगर दोपहरे समा मिलता प्रार्थना कर सकते हैं, वचन पढ़ सकते हैं, नोट्स बना सकते हैं। पर किस तरह ना किस तरह असी वचन दे नाल की रहना? जुड़े रहना। अज कलीसिया विश्वासी लोकां दा जिहड़ा मन आ वो की हो चुका है? पत्थर दा हो चुका है। वो पत्थर दा मन कढ के जब तक नवा मन, मास दा मन। और प्रभु कहना मैं उन्हां नूं हिजकियल उस दा 36 दा 26 पढ़िए किहड़ा मन? ਅਤੇ ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ। ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ। ਕਿਉਂਕਿ ਪੁਰਾਣਾ ਜਿਹੜਾ ਦਿਲ ਆ ਉਹ ਤੁਸੀਂ ਕਠੋਰ ਕਰ ਲਿਆ ਆ, ਉਹ ਤੁਸੀਂ ਪੱਥਰ ਦਾ ਬਣਾ ਲਿਆ ਆ। ਇਸ ਲਈ ਇੱਕ ਨਵੇਂ ਮਨ ਦੀ ਕੀ ਹੈ? ਜ਼ਰੂਰਤ ਹੈ। ਅੱਜ ਨਵਾਂ ਮਨ ਪਾਉਣ ਦਾ ਸਮਾਂ ਹੈ। ਪੁਰਾਣਾ ਮਨ ਕੀ ਕਰ ਲਿਆ? ਪੱਥਰ ਦਾ ਬਣਾ ਕੇ ਬੈਠੇ। ਇਸ ਲਈ ਨਵਾਂ ਮਨ ਪ੍ਰਭੂ ਕਹਿੰਦਾ ਮੈਂ ਨਵਾਂ ਮਨ ਦਿਆਂਗਾ। ਹਿਜਕੀਏਲ 36 ਅਧਿਆਇ ਦਾ 26 ਵਚਨ। ਹਾਂ, ਅਤੇ ਨਵਾਂ ਆਤਮਾ ਤੁਹਾਡੇ ਉੱਤੇ ਪਾਵਾਂਗਾ। ਅਤੇ ਨਵਾਂ ਆਤਮਾ
ਤੁਹਾਡੇ ਉੱਤੇ ਪਾਵਾਂਗਾ। ਨਵਾਂ ਆਤਮਾ, ਪਵਿੱਤਰ ਆਤਮਾ ਜੋ ਉਹਦੇ ਅੰਦਰ ਰਹਿੰਦਾ, ਜਿਹੜਾ ਪਰਮੇਸ਼ਰ ਦੇ ਨਾਲ ਜੁੜਿਆ ਰਹਿੰਦਾ, ਜਿਹੜਾ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲਦਾ ਹੈ, ਉਸ ਦੇ ਅੰਦਰ ਪਵਿੱਤਰ ਆਤਮਾ ਦਿਆਂਗਾ। ਹਾਂ, ਅਤੇ ਤੁਹਾਡੇ ਮਾਸ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ। ਤੁਹਾਡੇ ਅੰਦਰੋਂ ਪੱਥਰ ਦਾ ਦਿਲ, ਜਿਹੜਾ ਤੁਸੀਂ ਪੱਥਰ ਦਾ ਦਿਲ ਬਣਾ ਲਿਆ ਆ, ਉਹ ਮੈਂ ਕੱਢ ਲਵਾਂਗਾ। ਅਤੇ ਮਾਸ ਦਾ ਦਿਲ ਤੁਹਾਨੂੰ ਬਖਸ਼ਾਂਗਾ। ਅਤੇ ਤੁਹਾਡੇ ਅੰਦਰ ਮਾਸ ਦਾ ਮਨ ਦਿਆਂਗਾ, ਨਵਾਂ ਮਨ ਦੇਵਾਂਗਾ, ਨਵਾਂ ਆਤਮਾ ਦੇਵਾਂਗਾ। ਨਵਾਂ ਆਤਮਾ ਮਤਲਬ ਪਵਿੱਤਰ ਆਤਮਾ ਦੇਵਾਂਗਾ। ਹਾਂ, ਅਤੇ ਮੈਂ ਆਪਣਾ ਆਤਮਾ ਤੁਹਾਡੇ ਵਿੱਚ ਦੇਵਾਂਗਾ। ਮੈਂ ਆਪਣਾ ਆਤਮਾ ਤੁਹਾਡੇ ਵਿੱਚ ਦਿਆਂਗਾ ਅਤੇ ਤੁਹਾਨੂੰ ਆਪਣੀਆਂ ਵਿਧੀਆਂ ਉੱਤੇ ਚਲਾਵਾਂਗਾ। ਅਤੇ ਤੁਹਾਨੂੰ ਆਪਣੀਆਂ ਵਿਧੀਆਂ ਦੇ ਉੱਪਰ ਚਲਾਵਾਂਗਾ। ਅਤੇ ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਕਰੋਗੇ। ਤੁਸੀਂ ਮੇਰੇ ਨਿਆਂ ਦੀ ਕੀ ਕਰੋਗੇ? ਪਾਲਣਾ ਕਰੋਗੇ। ਕਿਉਂਕਿ ਅਸੀਂ ਖੁਦ ਇਸ ਲਾਕਡਾਊਨ ਦੇ ਵਿੱਚ ਅੱਗੇ ਵਧਣ ਦੀ ਬਜਾਏ ਕਿੱਥੇ ਜਾ ਰਹੇ ਹਾਂ? ਦਿਨ ਪ੍ਰਤੀ ਦਿਨ ਸਾਡਾ ਲਗਾਵ, ਸਾਡਾ ਝੁਕਾਵ ਦਿਨ ਪ੍ਰਤੀ ਦਿਨ ਪਿੱਛੇ। ਕਲੀਸਿਆ ਦਾ ਜਿਹੜਾ ਆਤਮਿਕ ਲੈਵਲ ਹੈ, ਆਤਮਿਕ ਸਟੈਂਡਰਡ ਹੈ, ਦਿਨ ਪ੍ਰਤੀ ਦਿਨ ਕਿੱਥੇ ਜਾ ਰਿਹਾ ਆ? ਪਿੱਛੇ ਜਾ ਰਿਹਾ ਆ। ਇਸ ਲਈ ਪਰਮੇਸ਼ਰ ਦਾ ਵਚਨ ਕਹਿੰਦਾ ਹੈ, ਮੈਂ ਤੁਹਾਡੇ ਅੰਦਰੋਂ ਪੱਥਰ ਦਾ ਦਿਲ ਕੱਢ ਦਿਆਂਗਾ ਔਰ ਮਾਸ ਦਾ ਇੱਕ ਨਵਾਂ ਦਿਲ ਦਿਆਂਗਾ। ਸਾਨੂੰ ਇੱਕ ਨਵੇਂ ਦਿਲ ਦੀ ਜ਼ਰੂਰਤ ਹੈ। ਨਵਾਂ ਦਿਲ ਕਿਸ ਤਰ੍ਹਾਂ ਪਾਇਆ ਜਾ ਸਕਦਾ ਆ? ਕਿਉਂਕਿ ਜਦ ਤੱਕ ਪੁਰਾਣਾ ਦਿਲ ਕੱਢਦੇ ਨਹੀਂ ਆ, ਉਹ ਆਪਰੇਸ਼ਨ ਹੁੰਦਾ ਨਹੀਂ ਆ, ਤਦ ਤੱਕ ਨਵਾਂ ਦਿਲ ਆ ਨਹੀਂ ਸਕਦਾ। ਇਸ ਲਈ ਘੁਟਨੇ ਟੇਕ ਕੇ ਅੱਜ ਅਸੀਂ ਪਰਮੇਸ਼ਰ ਦੇ ਸਾਹਮਣੇ ਉਸ ਪੁਰਾਣੇ ਦਿਲ ਨੂੰ ਕੱਢਣਾ ਆ ਔਰ ਬੋਲਣਾ, ਪ੍ਰਭੂ ਸਾਡੇ ਅੰਦਰ ਇੱਕ ਨਵਾਂ ਤੂੰ ਮਨ ਦੇ। ਇਸ ਦੇ ਲਈ ਪੜ੍ਹੀਏ ਇੱਕ ਹੋਰ ਪ੍ਰਭੂ ਦੇ ਵਚਨ ਦੇ ਵਿੱਚੋਂ, ਹਿਜ਼ਕੀਏਲ 36 ਦਾ 33 ਵਚਨ। ਪ੍ਰਭੂ ਯਹੋਵਾ ਇਉਂ ਫਰਮਾਉਂਦਾ ਹੈ, ਜਿਸ ਦਿਹਾੜੇ ਮੈਂ ਤੁਹਾਨੂੰ ਤੁਹਾਡੇ ਸਾਰੇ ਔਗਣਾਂ ਤੋਂ ਸ਼ੁੱਧ ਕਰਾਂਗਾ। ਜਿਸ ਦਿਨ ਮੈਂ ਤੁਹਾਨੂੰ ਤੁਹਾਡੇ ਸਾਰੇ ਔਗਣਾਂ ਤੋਂ ਸ਼ੁੱਧ ਕਰਾਂਗਾ, ਉਸੇ ਦਿਹਾੜੇ ਮੈਂ ਤੁਹਾਨੂੰ ਤੁਹਾਡੇ ਸ਼ਹਿਰਾਂ ਵਿੱਚ ਵਸਾਵਾਂਗਾ। ਉਸੇ ਹੀ ਦਿਨ ਮੈਂ ਤੁਹਾਨੂੰ ਤੁਹਾਡੇ ਸ਼ਹਿਰਾਂ ਦੇ ਵਿੱਚ ਵਸਾਵਾਂਗਾ। ਹਾਲੇਲੂਇਆ। ਅੱਜ ਸਾਰੇ ਸ਼ਹਿਰ ਬਣਦੇ ਆ, ਪ੍ਰਭੂ ਵਸਾਏਗਾ ਤੁਹਾਨੂੰ, ਤੁਹਾਡੇ ਸ਼ਹਿਰਾਂ ਦੇ ਵਿੱਚ ਵਸਾਵਾਂਗਾ। ਅੱਜ ਘਰੋਂ ਘਰ ਸਭ ਬੈਠੇ ਹੋਏ ਆ। ਕਿਉਂ? ਅਸੀਂ ਪਰਮੇਸ਼ਰ ਤੋਂ ਬਹੁਤ ਦੂਰ ਆ। ਅਸੀਂ ਤਾਂ ਬਾਕੀ ਸਾਰੀ ਦੁਨੀਆ ਚਾਹੇ ਪਰਮੇਸ਼ਰ ਤੋਂ ਦੂਰ ਹੈ, ਅਲੱਗ ਹੈ, ਪਰ ਅਸੀਂ ਜਦ ਵਿਸ਼ਵਾਸੀ ਜੋ ਪਰਮੇਸ਼ਰ ਦੇ ਵਚਨ ਨੂੰ ਜਾਣਨ ਵਾਲੇ, ਅਸੀਂ ਵੀ ਪਰਮੇਸ਼ਰ ਦੇ ਵਚਨ ਤੋਂ ਕੀ ਆ? ਦੂਰ ਆ। ਹਾਂ, ਉਸ ਦੇ ਨਾਲ ਰੋਮੀਆਂ 2 ਦਾ 5, ਰੋਮੀਆਂ ਦੀ ਪੱਤਰੀ ਉਸ ਦਾ 2 ਅਧਿਆਇ ਉਸ ਦਾ 5 ਵਚਨ। ਸਗੋਂ ਆਪਣੀ ਕਠੋਰਤਾਈ ਅਤੇ ਪਛਤਾਵੇ ਤੋਂ ਰਹਿਤ ਮਨ ਦੇ ਅਨੁਸਾਰ ਉਸੇ ਦਿਨ ਵਿੱਚ ਜਦੋਂ ਪਰਮੇਸ਼ਰ ਦਾ ਕ੍ਰੋਧ ਅਤੇ ਸੱਚਾ ਨਿਆਂ ਪ੍ਰਗਟ ਹੋਵੇਗਾ। ਆਪਣੇ ਲਈ ਕ੍ਰੋਧ ਇਕੱਠਾ ਕਰ ਰਹੇ ਹੋ। ਫਿਰ ਤੋਂ ਦੁਬਾਰਾ ਪੜੋ। ਸਗੋਂ ਉਹ ਆਪਣੀ ਕਠੋਰਤਾਈ ਅਤੇ ਪਛਤਾਵੇ ਤੋਂ ਰਹਿਤ। ਪੱਥਰ ਦਾ ਮਨ, ਉਸ ਦਾ ਮਤਲਬ ਕੀ ਹੈ? ਪੱਥਰ ਦੇ ਮਨ ਦਾ ਮਤਲਬ ਕੀ ਆ? ਪੜ੍ਹੇ ਰੋਮੀਆਂ 2 ਦਾ 5। ਰੋਮੀਆਂ 2 ਦਾ 5। ਸਗੋਂ ਆਪਣੀ ਕਠੋਰਤਾਈ ਕਠੋਰ ਕਰ ਲਿਆ। ਆਪਣੇ ਮਨ ਨੂੰ ਕੀ ਕਰ ਲਿਆ? ਕਠੋਰ ਕਰ ਲਿਆ। ਹਾਂ, ਅਤੇ ਪਛਤਾਵਾ ਨਹੀਂ ਕੀਤਾ, ਪਛਤਾਵੇ ਤੋਂ ਰਹਿਤ ਹੋ ਗਏ, ਪਛਤਾਪ ਵੀ ਨਹੀਂ ਕੀਤਾ। ਹਾਂ, ਉਸ ਦਿਨ ਵਿੱਚ ਜਦੋਂ ਪਰਮੇਸ਼ਰ ਦਾ ਕ੍ਰੋਧ ਅਤੇ ਸੱਚਾ ਨਿਆਂ ਪ੍ਰਗਟ ਹੋਵੇਗਾ। ਆਪਣੇ ਲਈ ਕ੍ਰੋਧ ਇਕੱਠਾ ਕਰ ਰਹੇ ਹੋ। ਇਸ ਲਈ ਪਰਮੇਸ਼ਰ ਦੇ
क्रोध तो बचना है तां परमेश्वर के वचन के अनुसार अपना जीवन बना लो। परमेश्वर के वचन के अनुसार चलना शुरू करो। इस लॉकडाउन दे विच असी अपना संबंध टुटिया होया संबंध फिर तो परमेश्वर दे नाल की करना, जोड़ना। अपना पत्थर दा मन कढ के और एक नवे मन दी सानू की है जरूरत है। पत्थर दे मन दा मतलब की है, फिर तू एक बार पढ़ दे दोबारा। रोमिया दी पत्री 2 अध्याय उसका 5 वचन पढ़ना है। सगों अपनी कठोरताई सगों अपनी कठोरताई अते पछतावे तो रहत अते पछतावे तो रहत मन दे अनुसार। पछतावे तो रहत दा मतलब असी पछताप नहीं कीता। हाँ, उस दिन विच उस दिन विच जदों परमेश्वर दा क्रोध जदों परमेश्वर दा क्रोध अते सच्चा न्याय प्रगट अते सच्चा न्याय प्रगट होवेगा। अपने लिए क्रोध इकट्ठा कर रहे हो, इसलिए परमेश्वर के क्रोध तो बचना है तां एक नवे मन की जरूरत है। अज सब ने बोलना कि प्रभु मैनू नवे मन की जरूरत है, मेरे अंदरों पत्थर का मन की कर दे, कट दे और मैनू एक नवा मन दे। नवे मन की जरूरत है, नवे आत्मा की जरूरत है। बेशक विश्वासी एक गलती हो सकती है, एक सेवक भी गलती कर सकता है, पर साडे कोले वचन दे विच लिखिया पश्चाताप तो रहत, जब पश्चाताप करके आप वापस आ सकते हैं। पश्चाताप करके अपना संबंध परमेश्वर दे नाल बना सकते हैं। मनुख दे होण दे कारण गलती हो सकती है, पर पश्चाताप करके परमेश्वर दे नाल अपना संबंध बना सकते हैं। इस लॉकडाउन दे विच सानू वचन पढ़न दे लई समा है, सानू प्रार्थना करने दे लई समा है, उपवास लैण दे लई समा है। एक वचन होर पढ़ांगे प्रभु दे वचन दे विचों। गलातियां दी पत्री 5 दे 9 वचन। कठोर मन जिहड़ा आ उस दे अंदर की आ, साडे कठोर मन पत्थर मन दे अंदर है की आ। हाँ, उस लिए आप पढ़ांगे प्रभु के वचन दे विच। गलातियां 5 दी 9। थोड़ा जा खमीर सारी तौण नूं कमीरिया कर दिंदा है। हाँ, मैनू प्रभु विच तुहाडे वल्लों भरोसा है। थोड़ा जिहा खमीर सारी तौन नूं की कर दिंदा आ, खमीरिया कर दिंदा। इसलिए तुहाडी छोटी जी गलती भी ਤੁਹਾਡੇ ਸਾਰੇ ਚਾਲ ਚੱਲਣ ਨੂੰ, ਤੁਹਾਡੀ ਸਾਰੀ ਪਵਿੱਤਰਤਾਈ ਨੂੰ ਕੀ ਕਰੇਗੀ? ਅਸਰ ਕਰੇਗੀ। ਤੁਹਾਡੀ ਛੋਟੀ ਜੀ ਗਲਤੀ ਵੀ, ਤੁਹਾਡਾ ਛੋਟਾ ਜਿਹਾ ਪਾਪ ਵੀ ਤੁਹਾਡੇ ਸਾਰੀ ਪਵਿੱਤਰਤਾਈ ਨੂੰ ਅਸਰ ਕਰੇਗਾ। ਥੋੜਾ ਜਿਹਾ ਖਮੀਰ ਸਾਰੀ ਤੌਣ ਨੂੰ ਕੀ ਕਰਦਾ ਆ? ਖਮੀਰਿਆ ਕਰਦਾ। ਇਸ ਲਈ ਤੁਹਾਡੀ ਛੋਟੀ ਜੀ ਗਲਤੀ, ਛੋਟਾ ਪਾਪ, छोटी जी कोई मिस्टेक भी तुहाडे चाल चलन ते, तुहाडी पवित्रताई ते, तुहाडी अलगताई ते, तुहाडे परखे होए विश्वास ते असर करे। मैनू प्रभु विच तुहाडे वल्लों भरोसा है। मैनू प्रभु दे विच तुहाडे वल्लों भरोसा है जो तुसीं होर ख्याल ना करोगे। मैनू प्रभु दे विच तुहाडे उत्ते भरोसा है कि तुसीं कुछ होर ख्याल नहीं करोगे, किसी होर चीज का ख्याल नहीं करोगे सिवाय परमेश्वर के वचन तो। तुसी होर किसी चीज का की नहीं करोगे, ख्याल नहीं करोगे। मैनू प्रभु दे विच तुहाडे उत्ते भरोसा है कि तुसी सिवाय परमेश्वर के वचन तो होर किसी भी चीज वाला वचन दे विच लिखिया की नहीं करोगे, ख्याल नहीं करोगे। हालेलुया, हालेलुया, हालेलुया। हाँ, पर जेड़ा ਤੁਹਾਨੂੰ ਘਬਰਾਉਂਦਾ ਹੈ, पर जेड़ा ਤੁਹਾਨੂੰ ਘਬਰਾਉਂਦਾ है ਉਹ ਭਾਵੇਂ ਕੋਈ ਹੋਵੇ, ਉਹ ਭਾਵੇਂ ਕੋਈ ਵੀ ਹੋਵੇ, ਆਪਣੀ ਸਜ਼ਾ ਭੋਗੇਗਾ। अपनी सजा भोगेगा। जो विश्वास तो हटाएगा वो अपनी सजा की करेगा, भोगेगा। तो इसलिए अज असी सब ने प्रार्थना करनी है
ਅੱਜ ਪੱਥਰ ਮਨ ਨੂੰ ਕੱਢਣ ਦਾ ਸਮਾਂ ਆ। ਅੱਜ ਇੱਕ ਨਵਾਂ ਮਨ ਲੈਣ ਦਾ ਸਮਾਂ ਆ, नवी आत्मा पाने का समय है। आप घुटने टेकिए प्रभु देखे और बोलिए, प्रभु मेरे अंदरों पत्थर का मन कट दे, और प्रभु मैनू एक नवा मन चाहिए आ, मैनू नवा आत्मा चाहिए आ। मैं फिर तो महान परमेश्वर पवित्रताई दे विच चलना चाहना आ, मैं अलगताई दे विच चलना चाहना आ, मैं तेरे विच बनिया रहना चाहना आ। प्रभु मैं तेरे वचन के अनुसार चलना चाहना आ। अपने अपने घुटने टेकते हुए, अपनी अपनी गलती तो पश्चाताप करते हुए प्रभु मैं तेरे पिछे आने लई तैयार आ। प्रभु मेरा संबंध जो गुजरे दिनों दे विच, इस लॉकडाउन दे विच महान परमेश्वर तेरा पवित्र वचन ना मिलन दे कारण मैं भटक गया। महान परमेश्वर प्रभु मैं अपना संबंध अज जोड़दा आ। प्रभु तू मेरा संबंध तेरे नाल होर ज़्यादा नज़दीकी गूढ़ा होने दे लई प्रभु तू कृपा दे। स्वर्गीय पिता मैं अपने घुटने टेक के मेरा पुराना मन जिस दे विच बहुत कुछ भरिया होया आ, पत्थर दा मन महान परमेश्वर प्रभु वो कढ दे, मैनू एक नवा मन दे, नवा मसा दे प्रभु, नवा आत्मा दे महान परमेश्वर। वचन दे प्रभु आप सबनूं आशीष देवे। सब जय।